बहुत ही प्यारे बच्चों, ਅੱਜ ਆਪਾਂ ਆਧੁਨਿਕ ਪੰਜਾਬੀ ਕਾਵਿ ਝਲਕਾਂ ਤੇ ਇਤਿਹਾਸ ਪੁਸਤਕ ਦੇ ਵਿੱਚ ਦਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਪੜਾਂਗੇ ਬੱਚਿਓ। ਠੀਕ ਹੈ, ਪਰ ਉਸ ਤੋਂ ਪਹਿਲਾਂ ਮੈਂ ਆਪ ਜੀਆਂ ਬਾਰੇ ਤੁਹਾਨੂੰ ਕੁਝ ਗੱਲਾਂ ਦੱਸਾਂਗੀ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 26 ਦਸੰਬਰ 1666 ਈਸਵੀ ਨੂੰ ਪਟਨਾ ਸੂਬਾ ਬਿਹਾਰ ਵਿਖੇ ਹੋਇਆ। ਆਪ ਦੇ ਪਿਤਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਮਾਤਾ ਗੁਜਰੀ ਜੀ ਸਨ। ਬਚਪਨ ਦੇ ਮੁੱਢਲੇ 6 ਸਾਲ ਆਪ ਨੇ ਇੱਥੇ ਹੀ ਗੁਜ਼ਾਰੇ ਅਤੇ ਫਿਰ 1673 ਈਸਵੀ ਵਿੱਚ ਅਨੰਦਪੁਰ ਸਾਹਿਬ ਆ ਗਏ। ਇੱਥੇ ਆਪ ਨੇ ਸੰਸਕ੍ਰਿਤ, ਫਾਰਸੀ ਅਤੇ ਗੁਰਮੁਖੀ ਦੀ ਵਿੱਦਿਆ ਦੇ ਨਾਲ ਘੋੜਸਵਾਰੀ, ਤੀਰ ਅੰਦਾਜ਼ੀ ਅਤੇ ਹੋਰ ਫੌਜੀ ਕਰਤੱਵ ਵੀ ਸਿੱਖੇ। ਆਪ ਮਹਾਨ ਯੋਧਾ, ਜਰਨੈਲ ਅਤੇ ਕੌਮੀ ਆਗੂ ਹੋਣ ਦੇ ਨਾਲ ਰੂਹਾਨੀ ਆਗੂ, ਵਿਦਵਾਨ ਅਤੇ ਉੱਚ ਕੋਟੀ ਦੇ ਸਾਹਿਤਕਾਰ ਵੀ ਸਨ। ਆਪ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ। ਆਪ ਦੀ ਸਾਰੀ ਰਚਨਾ ਦਸਮ ਗ੍ਰੰਥ ਵਿੱਚ ਦਰਜ ਹੈ, ਜਿਸ ਵਿੱਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਗਿਆਨ ਪ੍ਰਬੋਧ, ਚੁਪਈਆਂ, ਸ਼ਬਦ ਹਜ਼ਾਰੇ, ਰਾਮਕਲੀ, ਸਵਯੇ, ਸ਼ਸਤਰਨਾਮਾ, ਤ੍ਰਿਆ ਚਰਿੱਤਰ, ਹਿਕਾਇਤਾਂ ਆਦਿ ਰਚਨਾਵਾਂ ਸ਼ਾਮਲ ਹਨ। ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤੀ ਰਚਨਾ ਬ੍ਰਿਜ ਭਾਸ਼ਾ ਵਿੱਚ ਹੈ। ਉਹਨਾਂ ਦੀ ਇੱਕ ਰਚਨਾ ਜ਼ਫਰਨਾਮਾ ਫਾਰਸੀ ਵਿੱਚ ਵੀ ਹੈ। ਇੱਕ ਸ਼ਬਦ, ਇੱਕ ਖਿਆਲ ਅਤੇ ਚੰਡੀ ਦੀ ਵਾਰ ਪੰਜਾਬੀ ਭਾਸ਼ਾ ਵਿੱਚ ਹਨ। ਚੰਡੀ ਦੀ ਵਾਰ ਵਿੱਚ ਦੇਵੀ ਦੇਵਤਿਆਂ ਦਾ ਦੈਂਤਾਂ ਨਾਲ ਯੁੱਧ ਵਿਖਾ ਕੇ ਨੇਕੀ ਅਤੇ ਬਦੀ ਦੇ ਯੁੱਧ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਵਿੱਚ ਅਖੀਰ 'ਤੇ ਜਿੱਤ ਨੇਕੀ ਦੀ ਹੁੰਦੀ ਹੈ। ਇਸ ਪਾਠ ਪੁਸਤਕ ਵਿੱਚ ਚੰਡੀ ਦੀ ਵਾਰ ਵਿੱਚੋਂ ਆਰਾਧਨਾ, ਤ੍ਰੇਤਾ ਯੁੱਗ, ਇੰਦਰ ਦਾ ਦੁਰਗਾ ਕੋਲ ਫਰਿਆਦ ਲੈ ਕੇ ਜਾਣਾ, ਦੁਰਗਾ ਦਾ ਗੁੱਸੇ ਵਿੱਚ ਆਉਣਾ ਅਤੇ ਰਣਭੂਮੀ ਦਾ ਚਿੱਤਰ ਪੇਸ਼ ਕਰਕੇ ਬੰਦ ਸ਼ਾਮਿਲ ਕੀਤੇ ਗਏ ਹਨ। ਉਹਨਾਂ ਨੂੰ ਤਹਿ ਦਿਲੋਂ ਨਮਨ ਕੀਤਾ ਜਾਂਦਾ ਬੱਚਿਓ। ਅਤੇ ਪ੍ਰਸੰਗ ਆਪਾਂ ਕਿਸ ਤਰ੍ਹਾਂ ਲਿਖਾਂਗੇ ਕਿ ਇਹ ਕਾਵਿ ਟੋਟਾ ਮੱਧਕਾਲੀਨ ਪੰਜਾਬੀ ਕਾਵਿ ਝਲਕਾਂ ਅਤੇ ਇਤਿਹਾਸ ਪੁਸਤਕ ਵਿੱਚ ਦਰਜ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਚੰਡੀ ਦੀ ਵਾਰ ਵਿੱਚੋਂ ਲਿਆ ਗਿਆ ਹੈ। ਇਸ ਵਾਰ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦੁਰਗਾ ਦੇਵੀ ਅਤੇ ਰਾਖਸ਼ਾਂ ਦੇ ਯੁੱਧ ਦਾ ਵਰਣਨ ਕੀਤਾ ਹੈ, ਜਿਸ ਵਿੱਚ ਦੁਰਗਾ ਦੇਵੀ ਦੀ ਜਿੱਤ ਹੁੰਦੀ ਹੈ, ਭਾਵ ਨੇਕੀ ਦੀ ਜਿੱਤ ਹੁੰਦੀ ਹੈ ਅਤੇ ਬਦੀ ਹਾਰਦੀ ਹੈ, ਰਾਖਸ਼ ਹਾਰਦੇ ਹਨ। ਇਸ ਵਾਰ ਦਾ ਆਰੰਭ 2 ਪੌੜੀਆਂ ਵਿੱਚ ਲਿਖੇ ਮੰਗਲਾਚਰਨ ਨਾਲ ਹੁੰਦਾ ਹੈ ਅਤੇ ਇਹ ਸਤਰਾਂ ਇਸ ਦੇ ਮੰਗਲਾਚਰਨ ਦੀ ਪਹਿਲੀ ਪੌੜੀ ਮੁਕੰਮਲ ਕਰਦੀਆਂ ਹਨ। ਇਸ ਵਿੱਚ ਗੁਰੂ ਸਾਹਿਬ ਦੁਰਗਾ ਦੇਵੀ ਅਤੇ ਰਾਖਸ਼ਾਂ ਦੇ ਯੁੱਧ ਦਾ ਪਿਛੋਕੜ ਅਤੇ ਇਸ ਯੁੱਧ ਦਾ ਹਾਲ ਵਰਣਨ ਕਰਨ ਤੋਂ ਪਹਿਲਾਂ ਆਪਣੇ ਇਸ਼ਟ ਅਕਾਲ ਪੁਰਖ ਅਤੇ ਆਪਣੇ ਤੋਂ ਪਹਿਲਾਂ ਹੋਏ 9 ਸਿੱਖ ਗੁਰੂਆਂ ਦੀ ਆਰਾਧਨਾ ਕਰਦੇ ਹਨ। ਠੀਕ ਹੈ ਬੱਚੋ, ਅਤੇ ਪ੍ਰਸੰਗ ਆਪਾਂ ਹਰ ਕਿਤੇ ਹੀ ਲਿਖਣਾ, ਬਸ ਜਿਹੜੀਆਂ ਅਖੀਰਲੀਆਂ ਸਤਰਾਂ ਹਨ ਉਹ ਆਪਾਂ ਵਿਆਖਿਆ ਦੇ ਵਿੱਚੋਂ ਲੈ ਲਾਂਗੇ। ਠੀਕ ਹੈ, ਅਤੇ ਸਭ ਤੋਂ ਪਹਿਲਾਂ ਪ੍ਰੀਥਮ ਭਗਉਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਤੇ ਗੁਰੂ ਅਮਰਦਾਸ ਰਾਮਦਾਸੇ ਹੋਈ ਸਹਾਈ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ, ਸ਼੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਐ ਕਰ 9 ਦਿਨ ਆਵੇ ਧਾਏ, ਸਭ ਥਾਈ ਹੋਏ ਸਹਾਈ। ਠੀਕ ਹੈ, ਅਤੇ ਪ੍ਰੀਥਮ ਕੀ ਹੁੰਦਾ ਬੱਚੋ? ਸਭ ਤੋਂ ਪਹਿਲਾਂ। ਭਗਉਤੀ ਕੀ ਹੁੰਦਾ? ਅਕਾਲ ਸ਼ਕਤੀ। ਧਿਆਏ ਦਾ ਕੀ ਮਤਲਬ ਹੁੰਦਾ? ਧਿਆਉਂਦਾ ਹਾਂ। ਸਹਾਈ ਸਹਾਇਤਾ ਕਰੋ। ਸਿਮਰੋ ਸਿਮਰਨ ਕਰਦਾ ਹਾਂ। 9 ਨਿਧ 9 ਖਜ਼ਾਨੇ ਧਾਏ ਦੌੜ ਕੇ। ਠੀਕ ਹੈ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਖਦੇ ਹਨ ਕਿ ਮੈਂ ਸਭ ਤੋਂ ਪਹਿਲਾਂ ਉਸ ਪਰਮ ਸ਼ਕਤੀ ਅਰਥਾਤ ਸਰਵ ਵਿਆਪਕ ਅਕਾਲ ਪੁਰਖ ਦੀ ਆਰਾਧਨਾ ਕਰਦਾ ਹਾਂ ਅਤੇ ਫਿਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਧਿਆਉਂਦਾ ਹਾਂ। ਇਸ ਤੋਂ ਮਗਰੋਂ ਮੈਂ ਸ਼੍ਰੀ ਗੁਰੂ ਅੰਗਦ ਦੇਵ ਜੀ, ਸ਼੍ਰੀ ਗੁਰੂ ਅਮਰਦਾਸ ਜੀ, ਸ਼੍ਰੀ ਗੁਰੂ ਰਾਮਦਾਸ ਜੀ ਪਾਸੋਂ ਸਹਾਇਤਾ ਦੀ ਮੰਗ ਕਰਦਾ ਹਾਂ। ਫਿਰ ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਜੀ ਅਤੇ ਸ਼੍ਰੀ ਗੁਰੂ ਹਰਿਰਾਏ ਜੀ ਨੂੰ ਸਿਮਰਦਾ ਹਾਂ। ਪਿੱਛੋਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਨੂੰ ਧਿਆਉਂਦਾ ਹਾਂ, ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਫਿਰ ਮੈਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਿਮਰਦਾ ਹਾਂ, ਜਿਨ੍ਹਾਂ ਦਾ ਸਿਮਰਨ ਕਰਨ ਨਾਲ ਘਰ ਵਿੱਚ 9 ਨਿਧਾਂ ਨੱਸੀਆਂ ਆਉਂਦੀਆਂ ਹਨ, ਅਰਥਾਤ ਕਿਸੇ ਵੀ ਚੀਜ਼ ਦੀ ਕਮੀ ਨਹੀਂ ਰਹਿੰਦੀ
ਤੇ ਅਕਾਲ ਪੁਰਖ ਹਰ ਥਾਂ ਆਪ ਹੀ ਸਹਾਈ ਹੁੰਦੇ ਹਨ। ਪਹਿਲੇ ਬੰਦ ਤੋਂ ਬਾਅਦ ਬੱਚੋ ਜਿਹੜਾ ਦੂਜਾ ਸ਼ੁਰੂ ਹੁੰਦਾ ਨਾ, ਖੰਡਾ ਪ੍ਰਿਥਮੈ ਸਾਜ ਕੇ ਜਿਨ ਸਭ ਸਹਿਸਾਰ ਉਪਾਇਆ, ਬ੍ਰਹਮਾ ਬਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇਆ। ਪ੍ਰਿਥਮ ਇਹਦੇ ਵਿੱਚ ਖੰਡੇ ਦਾ ਮਤਲਬ ਕੀ ਹੁੰਦਾ ਬੱਚੋ? ਖੰਡਾ ਇੱਕ ਦੋ ਧਾਰਾ ਸ਼ਾਸਤਰ ਹੈ, ਠੀਕ ਹੈ। ਪਰਮ ਸ਼ਕਤੀ ਨੂੰ ਵੀ ਕਿਹਾ ਜਾਂਦਾ ਹੈ। ਅਤੇ ਬ੍ਰਹਮਾ ਹਿੰਦੂ ਮੱਤ ਅਨੁਸਾਰ ਸ੍ਰਿਸ਼ਟੀ ਨੂੰ ਸਾਜਣ ਵਾਲਾ। ਬਿਸ਼ਨ ਕੀ ਹੁੰਦਾ ਹੈ? ਰੋਜ਼ੀ ਦੇਣ ਵਾਲਾ ਦੇਵਤਾ। ਮਹੇਸ਼ ਸੰਘਾਰਨ ਵਾਲਾ, ਨਾਸ਼ ਕਰਨ ਵਾਲਾ ਦੇਵਤਾ, ਜਿਹਨੂੰ ਸ਼ਿਵ ਵੀ ਕਿਹਾ ਜਾਂਦਾ ਹੈ। ਤਾਂ ਆਪ ਜੀ ਕਹਿੰਦੇ ਨੇ ਕਿ ਅਕਾਲ ਪੁਰਖ ਨੇ ਸਭ ਤੋਂ ਪਹਿਲਾਂ ਪਰਮ ਸ਼ਕਤੀ ਨੂੰ ਬਣਾ ਕੇ ਸਾਰੇ ਸੰਸਾਰ ਨੂੰ ਪੈਦਾ ਕੀਤਾ। ਉਸਨੇ ਹੀ ਬ੍ਰਹਮਾ, ਵਿਸ਼ਨੂੰ ਅਤੇ ਸ਼ਿਵ ਜੀ ਨੂੰ ਪੈਦਾ ਕਰਕੇ ਸ੍ਰਿਸ਼ਟੀ ਦੀ ਰਚਨਾ ਕੀਤੀ, ਠੀਕ ਹੈ ਨਾ। ਅਤੇ ਉਸਨੇ ਹੀ ਸਾਰਾ ਕੁਦਰਤੀ ਖੇਲ ਰਚਾ ਕੇ ਦੁਨੀਆ ਨੂੰ ਬਣਾਇਆ, ਠੀਕ ਹੈ ਬੱਚੋ। ਰੱਬ ਨੇ 14 ਤਬਕ ਬਣਾਏ ਕੇ ਕੁਦਰਤ ਦਾ ਖੇਲ ਦਿਖਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਹਿਣ ਰਿਹਾਇਆ, ਠੀਕ ਹੈ। ਸਿੰਧ ਕੀ ਹੁੰਦਾ ਬੱਚੋ? ਪਾਣੀ ਨੂੰ ਕਿਹਾ ਜਾਂਦਾ, ਸਮੁੰਦਰ। ਮੇਦਨੀ ਧਰਤੀ। ਗੈਣ ਕੀ ਹੁੰਦਾ? ਆਕਾਸ਼। ਤਾਂ ਫਿਰ ਉਹ ਕਹਿੰਦੇ ਨੇ ਕਿ ਰੱਬ ਨੇ ਹੀ ਆਕਾਸ਼ ਪਤਾਲ ਦੇ 14 ਖੰਡਾਂ ਨੂੰ ਬਣਾ ਕੇ ਆਪਣੀ ਕੁਦਰਤ ਦਾ ਤਮਾਸ਼ਾ ਦਿਖਾਇਆ ਹੈ। ਫਿਰ ਸਮੁੰਦਰ, ਪਹਾੜ ਅਤੇ ਧਰਤੀ ਬਣਾਈ ਹੈ ਅਤੇ ਬਿਨਾਂ ਥੰਮਾਂ ਤੋਂ ਹੀ ਆਕਾਸ਼ ਨੂੰ ਉੱਪਰ ਟਿਕਾ ਦਿੱਤਾ ਹੈ। ਫਿਰ ਉਸ ਤੋਂ ਬਾਅਦ ਆਪ ਜੀ ਕਹਿੰਦੇ ਹਨ ਕਿ ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ, ਤੇਥੋਂ ਹੀ ਬਲਰਾਮ ਲੈ ਨਾਲ ਬਾਣਾ ਦੈ ਸਿਰਕਾਇਆ। ਤਾਂ ਫਿਰ ਆਪ ਜੀ ਆਪਾਂ ਨੂੰ ਸਮਝਾਉਂਦੇ ਨੇ ਕਿ ਫਿਰ ਉਹਨਾਂ ਨੇ, ਰੱਬ ਨੇ ਦੈਂਤਾਂ ਦੇ ਦੇਵਤਿਆਂ ਨੂੰ ਪੈਦਾ ਕੀਤਾ ਅਤੇ ਉਹਨਾਂ ਵਿੱਚ ਆਪਸੀ ਝਗੜੇ ਦਾ ਮੁੱਢ ਧਾਰਿਆ। ਹੇ ਪ੍ਰਭੂ, ਤੂੰ ਹੀ ਦੁਰਗਾ ਨੂੰ ਹੋਂਦ ਵਿੱਚ ਲਿਆ ਕੇ ਦੈਂਤਾਂ ਦਾ ਨਾਸ਼ ਕਰਵਾਇਆ ਹੈ। ਤੇਰੇ ਕੋਲੋਂ ਹੀ ਸ਼੍ਰੀ ਰਾਮ ਚੰਦਰ ਜੀ ਨੇ ਸ਼ਕਤੀ ਪ੍ਰਾਪਤ ਕੀਤੀ ਹੈ ਅਤੇ ਤੀਰਾਂ ਨਾਲ ਰਾਵਣ ਨੂੰ ਮਾਰਿਆ ਸੀ। ਤੇਥੋਂ ਹੀ ਬਲ ਕਿਸ਼ਨ ਲੈ ਕੰਸ ਕੇ ਹੀ ਹੂ ਪਕੜ ਗਿਰਾਇਆ, ਠੀਕ ਹੈ ਨਾ। ਤੇਰੇ ਕੋਲੋਂ ਹੀ ਸ਼ਕਤੀ ਪ੍ਰਾਪਤ ਕਰਕੇ ਸ਼੍ਰੀ ਕ੍ਰਿਸ਼ਨ ਜੀ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਪਟਕਾ ਕੇ ਮਾਰਿਆ ਸੀ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਜਿਨ੍ਹਾਂ ਤਨ ਤਾਏ, ਕਿਨੇ ਤੇਰਾ ਅੰਤ ਨਾ ਪਾਇਆ, ਕਿਨੇ ਤੇਰਾ ਅੰਤ ਨਾ ਪਾਇਆ। ਤਾਂ ਉਹ ਕਹਿੰਦੇ ਨੇ ਬਹੁਤ ਸਾਰੇ ਵੱਡੇ ਵੱਡੇ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁੱਗ ਤਪ ਕੀਤੇ, ਮਤਲਬ ਯੱਗ ਤਪ ਕੀਤੇ ਬਹੁਤ ਯੁੱਗ ਦੇ ਵਿੱਚ, ਅਤੇ ਸਰੀਰਾਂ ਨੂੰ ਕਈ ਤਰ੍ਹਾਂ ਦੇ ਕਸ਼ਟ ਦਿੱਤੇ, ਪਰ ਕੋਈ ਵੀ ਤੇਰਾ ਅੰਤ ਨਾ ਪਾ ਸਕਿਆ। ਹੇ ਸੱਚੇ ਪਾਤਸ਼ਾਹ, ਕੋਈ ਵੀ ਤੇਰਾ ਅੰਤ ਨਹੀਂ ਪਾ ਸਕਿਆ। ਔਰ ਉਸ ਤੋਂ ਬਾਅਦ ਸਾਧੂ ਸਤਯੁਗ ਬੀਤਿਆ, ਅਧ ਸੀਲੀ ਤ੍ਰੇਤਾ ਆਇਆ, ਨੱਚੀ ਕਲ ਸਰੋਸਰੀ ਕਲ ਨਾਰਦ ਡੋਰੂ ਵਾਇਆ, ਠੀਕ ਹੈ। ਤਾਂ ਫਿਰ ਉਸ ਤੋਂ ਬਾਅਦ ਉਹ ਕਹਿੰਦੇ ਨੇ ਵੀ ਸਤਯੁਗ ਜਿਹੜਾ ਯੁੱਗ ਸੀਗਾ ਉਹ ਬੀਤ ਚੁੱਕਾ ਸੀ, ਖਤਮ ਹੋ ਚੁੱਕਾ ਸੀ ਸਤਯੁਗ। ਸਤਯੁਗ ਸਾਧੂ ਸੁਭਾਅ ਵਾਲਾ, ਸਤੋ ਗੁਣ ਵਾਲਾ ਸਤਯੁਗ। ਅਧਸੀਲੀ ਅੱਧੇ ਭਲੇ ਵਰਤਾਓ ਵਾਲਾ ਤ੍ਰੇਤਾ ਯੁੱਗ। ਕੱਲ ਕੀ ਹੁੰਦਾ ਬੱਚੋ? ਲੜਾਈ ਝਗੜਾ ਕਰਨ ਵਾਲਾ। ਸਰੋਸਰੀ ਸਾਰੇ ਸਿਰਾਂ ਉੱਤੇ। ਕਲ ਨਾਰਦ ਹਿੰਦੂ ਇਤਿਹਾਸ ਅਨੁਸਾਰ ਲੜਾਈ ਕਰਾਉਣ ਵਾਲੀਆਂ ਜੋ ਵੀ ਸ਼ਕਤੀਆਂ ਹਨ। ਗੁਰੂ ਜੀ ਦੱਸਦੇ ਹਨ ਕਿ ਪੁਰਾਣੇ ਸਮਿਆਂ ਵਿੱਚ ਸਤੋਗੁਣੀ ਸੁਭਾਅ ਵਾਲੇ ਸਤਯੁਗ ਦੇ ਬੀਤਣ ਮਗਰੋਂ ਅੱਧ ਬੁਰੇ ਸੁਭਾਅ ਵਾਲਾ ਤ੍ਰੇਤਾ ਆ ਗਿਆ। ਅਰਥਾਤ ਇਸ ਯੁੱਗ ਵਿੱਚ ਧਰਮ ਅਤੇ ਪਵਿੱਤਰਤਾ ਸਤਯੁਗ ਨਾਲੋਂ ਅੱਧੀ ਰਹਿ ਗਈ। ਕਲਯੁਗੀ ਸੁਭਾਅ ਵਿੱਚ ਕਲ ਤੇ ਨਾਰਦ ਨੇ ਆਪਣਾ ਡਾਰੂ ਵਜਾਇਆ ਅਤੇ ਹਰ ਕੋਈ ਝਗੜਿਆਂ ਵਿੱਚ ਰੁੱਝ ਗਿਆ, ਠੀਕ ਹੈ ਨਾ। ਉਸ ਤੋਂ ਬਾਅਦ ਆ ਗਿਆ ਬੱਚੋ ਗਰਭ ਉਤਾਰਨ ਦੇਵਤਿਆਂ ਮਹਿਖਾਸੁਰ ਸੁੰਭ ਉਪਾਇਆ, ਜਿੱਤ ਲੀਏ ਤਿੰਨ ਦੇਵਤੇ ਤਿਹੁ ਲੋਕੀ ਰਾਜ ਕਮਾਇਆ, ਵੱਡਾ ਵੀਰ ਅਖਾਇ ਕੇ ਸਿਰ ਉੱਤੇ ਛਤਰ ਫਿਰਾਇਆ, ਦਿਉਤਾ ਇੰਦਰ ਨਿਕਾਲ ਕੇ ਤਿੰਨ ਗਿਰ ਕੈਲਾਸ ਤਕਾਇਆ। ਤਾਂ ਫਿਰ ਉਹ ਕਹਿੰਦੇ ਨੇ ਵੀ ਜਿਹੜਾ ਗਰਭ ਕੀ ਹੁੰਦਾ ਬੱਚੋ? ਹੰਕਾਰ।
ਮਹਿਕਾਸੁਰ ਇੱਕ ਦੈਂਤ ਦਾ ਨਾਂ ਹੈ, ਠੀਕ ਹੈ, ਜਿਸ ਦਾ ਸਿਰ ਝੋਟੇ ਦੇ ਸਿਰ ਵਰਗਾ ਸੀ। ਸੁੰਭ ਦੈਂਤ ਦਾ ਨਾਂ ਹੈ, ਇਹ ਨਿਸੁੰਭ ਦਾ ਛੋਟਾ ਭਰਾ ਸੀ। ਤੇ ਇਹ ਲੋਕੀ ਤਿੰਨਾਂ ਲੋਕਾਂ ਦੇ ਵਿੱਚ ਇੰਦਰ ਦੇਵਤਿਆਂ ਦਾ ਰਾਜਾ, ਠੀਕ ਹੈ। ਤਾਂ ਉਹ ਕਹਿੰਦੇ ਨੇ ਵੀ ਇਸ ਯੁੱਗ ਵਿੱਚ ਦੇਵਤੇ ਬਹੁਤ ਹੰਕਾਰੇ ਗਏ ਅਤੇ ਉਸ ਨੂੰ ਪਰਮਾਤਮਾ ਨੇ ਦੇਵਤਿਆਂ ਦਾ ਹੰਕਾਰ ਤੋੜਨ ਲਈ ਮਹਿਕਾਸੁਰ ਅਤੇ ਸੁੰਭ ਵਰਗੇ ਰਾਖਸ਼ਾਂ ਨੂੰ ਪੈਦਾ ਕੀਤਾ। ਉਹਨਾਂ ਰਾਖਸ਼ਾਂ ਨੇ ਦੇਵਤਿਆਂ ਨੂੰ ਜਿੱਤ ਲਿਆ ਅਤੇ ਤਿੰਨਾਂ ਲੋਕਾਂ ਉੱਪਰ ਆਪਣਾ ਰਾਜ ਸਥਾਪਿਤ ਕਰ ਲਿਆ। ਇਸ ਤਰ੍ਹਾਂ ਮਹਿਕਾਸੁਰ ਦੈਂਤ ਨੇ ਆਪਣੇ ਆਪ ਨੂੰ ਵੱਡਾ ਯੋਧਾ ਅਖਵਾਉਣ ਲਈ ਅਤੇ ਉਸਨੇ ਆਪਣੇ ਸਿਰ ਉੱਤੇ ਰਾਜ ਛਤਰ ਝੁਲਵਾਇਆ। ਉਸਨੇ ਇੰਦਰ ਦੇਵਤੇ ਨੂੰ ਦੇਵ ਭੂਮੀ ਵਿੱਚੋਂ ਕੱਢ ਦਿੱਤਾ ਅਤੇ ਉਸਨੇ ਕੈਲਾਸ਼ ਪਹਾੜ ਵਿੱਚ ਜਾ ਕੇ ਓਟ ਲੈ ਲਈ। ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਧਾਇਆ, ਪਾਸ ਦੁਰਗਾ ਦੇ ਇੰਦਰ ਆਇਆ, ਠੀਕ ਹੈ ਨਾ। ਤਾਂ ਦੈਂਤਾਂ ਤੋਂ ਡਰ ਕੇ ਇੰਦਰ ਬਹੁਤ ਘਬਰਾ ਗਿਆ ਅਤੇ ਉਹ ਸਹਾਇਤਾ ਲਈ ਦੁਰਗਾ ਦੇਵੀ ਕੋਲ ਪੁੱਜਾ। ਇਕਤ ਦਿਹਾੜੇ ਆਈ ਨਾਵਣ ਦੁਰਗਸ਼ਾ, ਦੇਵੀ ਬ੍ਰਿਥਾ ਸੁਣਾਈ ਆਪਣੇ ਹਾਲ ਦੀ, ਠੀਕ ਹੈ। ਅਤੇ ਦੁਰਗਸ਼ਾ ਕਿਸ ਨੂੰ ਕਿਹਾ ਗਿਆ ਬੱਚੋ? ਚੰਡੀ ਦੇਵੀ ਨੂੰ। ਇਸ ਵਾਰ ਦੀ ਜੋ ਨਾਇਕਾ ਅਤੇ ਦੇਵੀ ਦੁਰਗਾ। ਦੇਵੀ ਦਾ ਮਤਲਬ ਕੀ ਹੁੰਦਾ ਬੱਚੋ? ਦੇਵਤਿਆਂ ਨੇ। ਬ੍ਰਿਥਾ ਕੀ ਹੁੰਦੀ ਹੈ? ਹਾਲਤ। ਤਾਂ ਫਿਰ ਉਹ ਦੱਸਦੇ ਨੇ ਜਦੋਂ ਇੱਕ ਦਿਨ ਦੇਵੀ ਦੁਰਗਾ ਜੀ ਇਸ਼ਨਾਨ ਕਰਨ ਲਈ ਆਏ ਸਨ ਤਾਂ ਉਹ ਦੱਸਦੇ ਨੇ ਕਿ ਰਾਖਸ਼ਾਂ ਦੇ ਹੱਥੋਂ ਦੇਵਤਿਆਂ ਨੂੰ ਹਾਰ ਮਿਲ ਗਈ। ਉਹਨਾਂ ਨੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਹੈ ਜਿਹੜੀ ਉਹ ਦੇਵੀ ਦੁਰਗਾ ਨੂੰ ਦੱਸੀ। ਛੀਨ ਲਈ ਠਕੁਰਾਈ ਸਾਤੇ ਦਾਨਵੀ, ਲੋਕੀ ਤੇਹੀ ਫਿਰਾਈ ਦੋਹੀ ਆਪਣੀ, ਠੀਕ ਹੈ ਨਾ। ਤਾਂ ਉਹ ਕਹਿੰਦੇ ਨੇ ਵੀ ਸਾਤੋਂ ਜਿਹੜੀ ਆਪਣੀ ਠਾਕਰੀ ਸੀਗੀ, ਠਾਕਰੀ ਦਾ ਮਤਲਬ ਕੀ ਹੁੰਦਾ ਬੱਚੋ? ਸਾਡੀ ਸਰਦਾਰੀ ਸੀ, ਉਹ ਸਾਰੀ ਦੀ ਸਾਰੀ ਸਾਤੇ ਦਾ ਮਤਲਬ ਸਾਤੋਂ ਖੋਹ ਲਈ। ਤਿੰਨਾਂ ਲੋਕਾਂ ਦੇ ਵਿੱਚ ਸਿਰਫ ਉਹਨਾਂ ਦੀ ਦੁਹਾਈ ਪੈ ਰਹੀ ਹੈ, ਠੀਕ ਹੈ। ਅਤੇ ਦੁਹਾਈ ਤਿੰਨਾਂ ਲੋਕਾਂ ਦੇ ਵਿੱਚ ਕਬਜ਼ਾ ਉਹਨਾਂ ਨੇ ਕਰ ਲਿਆ, ਸਾਨੂੰ ਉੱਥੋਂ ਭਜਾ ਲਿਆ, ਠੀਕ ਹੈ। ਆਕਾਸ਼ ਲੋਕ, ਪਤਾਲ ਲੋਕ, ਮਾਤ ਲੋਕ ਦੇ ਵਿੱਚ ਆਪਣਾ ਢੰਡੋਰਾ ਪਿਟਵਾ ਦਿੱਤਾ। ਉਹਨਾਂ ਨੇ ਸਾਡੇ ਨਾਲ ਵੈਰ ਵਧਾ ਲਿਆ ਅਤੇ ਦੇਵ ਭੂਮੀ ਉੱਪਰ ਕਬਜ਼ਾ ਕਰ ਲਿਆ। ਬੈਠੇ ਥਾਈ ਵਧਾਈ ਅਤੇ ਅਮਰਾਵਤੀ, ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ। ਤਾਂ ਫਿਰ ਅੱਗੇ ਕੀ ਕਹਿੰਦੇ ਨੇ ਉਹ ਵੀ? ਅਮਰਾਵਤੀ ਦਾ ਮਤਲਬ ਕੀ ਹੁੰਦਾ ਬੱਚੋ? ਦੇਵ ਭੂਮੀ। ਤਾਂ ਫਿਰ ਕਹਿੰਦੇ ਨੇ ਵੀ ਸਾਨੂੰ ਉਹਨਾਂ ਨੇ ਜਿੱਤ ਲਿਆ ਏ, ਠੀਕ ਹੈ। ਤਾਂ ਦੇਵ ਭੂਮੀ ਦੇ ਵਿੱਚੋਂ ਸਾਨੂੰ ਭਜਾ ਦਿੱਤਾ ਜਿੱਥੇ ਉਹ ਰਹਿੰਦੇ ਸਨ ਅਤੇ ਹੁਣ ਅਸੀਂ ਕਿਤੇ ਵੀ ਜਾਣ ਜੋਗੇ ਨਹੀਂ। ਦਿੱਤੇ ਦੇਵ ਭਜਾਈ ਸਭਨਾ ਰਾਖਸ਼ਾਂ, ਕਿਨੇ ਨਾ ਜਿੱਤਿਆ ਜਾਈ ਮੈਂ ਕੇ ਦੈਂਤ ਨੂੰ, ਤੇਰੀ ਸਾਮ ਤਕਾਈ ਦੇਵੀ ਦੁਰਗਸ਼ਾ। ਸਾਮ ਦਾ ਮਤਲਬ ਕੀ ਹੁੰਦਾ? ਸ਼ਰਨ। ਵੀ ਕੋਈ ਵੀ ਉਹਨੂੰ ਹਰਾ ਨਹੀਂ ਸਕਦਾ, ਵੀ ਅਸੀਂ ਤੇਰੀ ਸ਼ਰਨ ਦੇ ਵਿੱਚ ਆਏ ਹਾਂ, ਤੂੰ ਹੀ ਦੇਵੀ ਮਾਤਾ ਉਸ ਨੂੰ ਹਰਾ ਸਕਦੀ ਆਂ। ਬੈਣ ਸੁਣੰਦੀ ਦੁਰਗਾ ਹੱਸੀ ਖੜ ਹੜਾਏ, ਠੀਕ ਹੈ ਨਾ। ਵੀ ਬੈਣ ਸੁਣੰਦੀ ਦੁਰਗਾ ਹੱਸੀ ਹੜ ਹੜਾਏ, ਉਹੀ ਸ਼ੀ ਮੰਗਾਇਆ ਰਾਖਸ਼ ਭਖਣਾ। ਤਾਂ ਫਿਰ ਜਦੋਂ ਉਹਨਾਂ ਨੇ ਬੈਣ ਮਤਲਬ ਵੈਣ ਸੁਣੇ, ਦੇਵਤਿਆਂ ਦੀ ਦੁੱਖ ਭਰੀ ਕਹਾਣੀ ਸੁਣੀ, ਤਾਂ ਹੜ ਹੜਾਏ ਦਾ ਮਤਲਬ ਕੀ ਹੁੰਦਾ ਬੱਚੋ? ਹੱਸਣਾ, ਹੈ ਨਾ, ਖਿੜ ਖਿੜ ਕੇ ਹੱਸਣਾ। ਵੀ ਉਹ ਖਿੜ ਖਿੜ ਕੇ ਹੱਸਣ ਲੱਗ ਪਏ। ਸ਼ੀ ਦਾ ਮਤਲਬ ਕੀ ਹੁੰਦਾ? ਸ਼ੇਰ। ਰੋਹ ਦੇ ਵਿੱਚ ਆਉਣਾ, ਗੁੱਸੇ ਦੇ ਵਿੱਚ ਆਉਣਾ। ਤਾਂ ਇੰਦਰ ਦੇ ਮੂੰਹੋਂ ਦੈਂਤਾਂ ਹੱਥੋਂ ਹੋਈ ਦੇਵਤਿਆਂ ਦੀ ਦੁਰਗਤੀ ਦੀ ਦੁੱਖ ਭਰੀ ਕਹਾਣੀ ਸੁਣ ਕੇ ਅਤੇ ਉਹ ਬਹੁਤ ਹੱਸ ਪਏ। ਉਹਨਾਂ ਨੇ ਜੰਗ ਵਿੱਚ ਚੜ੍ਹਾਈ ਕਰਨ ਲਈ ਆਪਣਾ ਉਹ ਸ਼ੇਰ ਮੰਗਵਾਇਆ ਜਿਹੜਾ ਰਾਖਸ਼ਾਂ ਨੂੰ ਖਾ ਜਾਂਦਾ ਸੀ। ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ, ਰੋ ਹੋਈ ਮਹਾਮਾਈ ਰਾਖਸ਼ ਮਾਰਨ, ਠੀਕ ਹੈ ਨਾ। ਵੀ ਉਹ ਦੇਵੀ ਮਾਤਾ ਨੇ ਕਿਹਾ ਵੀ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ। ਰੋ ਮਤਲਬ ਗੁੱਸੇ ਦੇ ਵਿੱਚ ਦੇਵੀ ਮਾਤਾ ਆ ਗਈ ਅਤੇ ਜੰਗ ਦੇ ਮੈਦਾਨ ਵਿੱਚ ਕੁੱਦ ਪਈ, ਠੀਕ ਹੈ ਬੱਚੋ। ਰਾਖਸ਼ ਆਏ ਰੋਲੇ ਖੇਤ ਭਿੜਨ ਕੇ ਚਾਏ, ਲਸ਼ਕਣ ਤੇਗਾਂ ਬਰਛੀਆਂ ਸੂਰਜ ਨਦਰ ਨਾ ਪਾਏ। ਦੁਰਗਾ ਦੇਵੀ ਨੂੰ ਦੇਵਤਿਆਂ ਦੀ ਸਹਾਇਤਾ ਲਈ ਜੰਗ ਦੇ ਮੈਦਾਨ ਵਿੱਚ ਕੁੱਦੀ ਵੇਖ ਕੇ ਉਸ ਦਾ ਟਾਕਰਾ ਕਰਨ ਲਈ ਰਾਖਸ਼ ਬੜੇ ਰੋਹ ਨਾਲ ਜੰਗ ਦੇ ਮੈਦਾਨ ਵਿੱਚ ਆਏ। ਉਹਨਾਂ ਵਿੱਚ ਲੜਾਈ ਦਾ ਰੋਹ ਭਰਿਆ ਹੋਇਆ ਸੀ। ਉਹਨਾਂ ਦੀਆਂ ਤਲਵਾਰਾਂ ਅਤੇ ਬਰਛੀਆਂ ਇੰਨੀਆਂ ਤੇਜ਼ ਚਮਕ ਰਹੀਆਂ ਸਨ ਜਿਸ ਤਰ੍ਹਾਂ ਸੂਰਜ ਚਮਕ ਰਿਹਾ ਹੋਏ, ਪਰ ਉਹ ਸੂਰਜ ਨੂੰ ਵੀ ਮਾਤ ਪਾ ਰਹੀਆਂ ਸਨ, ਠੀਕ ਹੈ। ਅਤੇ ਫਿਰ ਉਸ ਤੋਂ ਬਾਅਦ ਬੱਜੇ ਢੋਲ ਨਗਾਰੇ ਦਲਾਂ ਮੁਕਾਬਲਾ, ਤੀਰ ਫਿਰੇ ਰਹਿਬਾਰੇ ਆਮੋ ਸਾਹਮਣੇ, ਅਗਿਣਤ ਵੀਰ ਸੰਘਾਰੇ
लगदी कैबरी, डिगे जान मुनारे मारे बिजदे। कलवाली दैंत अहाड़े सभे सूरमे, सुते जान जटाले भंगा खाई के। तो कहते ने भी मैदाने जंग विच ढोल अते नगारे वज रहे सन। दोहां दलां विच मुकाबला हो रहा सी। दोहां धीरां वल्लों आमो सामने तीर चल रहे सन जो सूरमिਆਂ ਦੀ मौत ਲਈ रहबरी कर रहे सन। दोहां धीरां वल्लों चलाए गए तीरां ने वजदियां ही बहुत सारे सूरमिਆਂ ਨੂੰ मार दिता। जंग के मैदान विच तीरां नाल मारे हुए सूरमे इस तरह डिग रहे सन जिवें बिजली के मुनारे ढाह के सुट्टे होण। तीरां नाल विन्हे जाण करके मट्टां वर्गे राक्ष सूरमे सारे दे सारे राट पा रहे सन। ਉਹ जटां वाले सूरमे राक्ष मैदान जंग दे विच इस तरह मर रहे सन, मर मर के मतलब डिग रहे सन जिवें भंग खा के सुते होण। रैबारी की हुंदा बच्चों? रैबरी करन वाले। कैबरी तीरां ने, बिज बिजली, कलवाली मट। दोहां कंधारां मूँह जुड़े नाल धौंसा भारी, कड़क उठिया फौज ते वड्डा अंकारी, लैके चलिया सूरमे नाल वड्डे हजारी। म्यानो खंडा धूहिया महका सुर भारी, उमल लथे सूरमे मर मच्ची करारी। जापे चले रत दे सल्ले जटधारी। ਤਾਂ ਸਾਲੇ ਕੀ ਹੁੰਦਾ ਬੱਚੋ? ਪਾਣੀ ਦੇ। ਜਟਧਾਰੀ ਕੀ ਹੁੰਦਾ? ਜਟਾਂ ਵਿੱਚੋਂ ਗੰਗਾ ਵਗਣੀ। ਠੀਕ ਹੈ। ਲੜਾਈ ਦੇ ਮੈਦਾਨ ਵਿੱਚ ਦੋਹਾਂ ਧਿਰਾਂ ਦੀਆਂ ਫੌਜਾਂ ਵਿਚਕਾਰ ਲੜਾਈ ਫਿਰ ਸ਼ੁਰੂ ਹੋ ਗਈ ਅਤੇ ਨਾਲ ਹੀ ਭਾਰੀ ਧੌਂਸਾ ਵੱਜਣ ਲੱਗਾ। ਵੱਡਾ ਅੰਕਾਰੀ ਦੈਂਤ ਮਹਿਕਾਸੁਰ ਦੇਵਤਿਆਂ ਦੀ ਫੌਜ ਉੱਤੇ ਕੜਕ ਪਿਆ। ਉਸ ਨੇ ਮਤਲਬ ਆਪਣੇ ਜਿਹੜੇ ਮਹਿਕਾਸੁਰ ਨਾਲ ਵੱਡੇ ਵੱਡੇ ਹਜ਼ਾਰਾਂ ਸੂਰਮੇ ਸਨ ਉਹਨਾਂ ਨੂੰ ਲੈ ਕੇ ਉਹ ਨਾਲ ਵਧਿਆ। ਮਹਿਕਾਸੁਰ ਨੇ ਮਿਆਨ ਵਿੱਚੋਂ ਭਾਰੀ ਤਲਵਾਰ ਕੱਢ ਕੇ ਭਿਆਨਕ ਵਾਰ ਕਰਨੇ ਸ਼ੁਰੂ ਕਰ ਦਿੱਤੇ। ਦੋਹਾਂ ਪਾਸਿਆਂ ਦੇ ਜਿਹੜੇ ਸੂਰਮੇ ਸਨ ਇੱਕ ਦੂਜੇ 'ਤੇ ਟੁੱਟ ਪਏ ਸਨ ਅਤੇ ਬਹੁਤ ਮਾਰ ਵੱਢ ਸ਼ੁਰੂ ਹੋ ਗਈ ਸੀ। ਦੇਵਤਿਆਂ ਦੇ ਹੱਥੋਂ ਮਰੇ ਰਾਖਸ਼ਾਂ ਦੇ ਲਹੂ ਦੀਆਂ ਨਦੀਆਂ ਇਸ ਤਰ੍ਹਾਂ ਚੱਲ ਰਹੀਆਂ ਸਨ ਜਿਵੇਂ ਸ਼ਿਵ ਦੀਆਂ ਜਟਾਂ ਵਿੱਚੋਂ ਗੰਗਾ ਦਾ ਪਾਣੀ ਵਹਿ ਰਿਹਾ ਹੁੰਦਾ ਹੈ। ਸੱਟ ਪਈ ਜਮਧਾਣੀ ਦਲਾਂ ਮੁਕਾਬਲਾ, ਧੂ ਲਈ ਕਿਰਪਾਣੀ ਦੁਰਗਾ ਮਿਆਨ 'ਤੇ। ਚੰਡੀ ਰਾਖਸ਼ ਖਾਣੀ ਵਾਹੀ ਦੈਂਤ ਨੂੰ, ਕੋਪਰ ਚੂਰ ਚਵਾਣੀ ਲੱਥੀ ਗਲੈ। ਉਸ ਤੋਂ ਬਾਅਦ ਕੀ ਹੋਇਆ? ਜਦੋਂ ਇੰਨਾ ਯੁੱਧ ਚੱਲ ਰਿਹਾ ਸੀ, ਜਮਦੂਤ ਦੇ ਮਾਰੂ ਧੌਂਸਿਆਂ 'ਤੇ ਸੱਟਾਂ ਪਈਆਂ ਅਤੇ ਦਲਾਂ ਦੇ ਵਿਚਕਾਰ ਮੁਕਾਬਲਾ ਸ਼ੁਰੂ ਹੋ ਗਿਆ। ਦੁਰਗਾ ਨੇ ਆਪਣੇ ਮਿਆਨ ਵਿੱਚੋਂ ਤਲਵਾਰ ਧੂ ਲਈ। ਉਸ ਨੇ ਆਪਣੀ ਰਾਖਸ਼ਾਂ ਨੂੰ ਖਾਣ ਵਾਲੀ ਤਲਵਾਰ ਮਹਿਕਾਸੁਰ ਦੈਂਤ ਦੇ ਸਿਰ ਵਿੱਚ ਮਾਰੀ ਜਿਸ ਨਾਲ ਉਸਦੀ ਖੋਪੜੀ ਚਕਨਾਚੂਰ ਹੋ ਗਈ। ਲਹੂ ਨਾਲ ਚੋਂਦੀ ਤਲਵਾਰ ਨੇ ਉਸਦੇ ਪਿੰਜਰ ਨੂੰ ਵੱਢ ਦਿੱਤਾ। ਫਿਰ ਉਹ ਘੋੜੇ ਦੀ ਕਾਠੀ ਪਲਾਣ 'ਤੇ ਘੋੜੇ ਨੂੰ ਚੀਰਦੀ ਹੋਈ ਧਰਤੀ ਵਿੱਚ ਜਾ ਧੱਸੀ ਅਤੇ ਧਰਤੀ ਨੂੰ ਚੀਰ ਕੇ ਅੱਗੇ ਬਲਦ ਦੇ ਸਿੰਗਾਂ ਦੇ ਵਿੱਚ ਵੱਜੀ। ਪਾਖਰ ਤੁਰਾ ਪਲਾਣੀ ਰੜਕੀ ਧਰਤ ਜਾਏ, ਲੈਂਦੀ ਅਗਾ ਸਿਧਾਣੀ ਸਿੰਘਾਂ ਧੌਲਦਿਆਂ। ਕੁਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕੇ, ਵੱਡੇ ਗੰਨ ਤਿਕਾਣੀ ਮੂਏ ਖੇਤ ਵਿੱਚ। ਰਣ ਵਿੱਚ ਘੱਤੀ ਕਹਾਣੀ ਲੋਹੂ ਮਿੱਝਦੀ, ਚਾਰੇ ਜੁਗ ਕਹਾਣੀ ਚਲਗ ਤੇਗਦੀ। ਬਿਦਣ ਖੇਤ ਵਿਹਾਣੀ ਮਹਿਕੇ ਦੈਂਤ ਨੂੰ। ਠੀਕ ਹੈ। ਤਾਂ ਫਿਰ ਅੱਗੇ ਕਹਿੰਦੇ ਸਿਧਾਣੀ ਕੀ ਹੁੰਦਾ ਬੱਚੋ? ਲੱਗੀ ਧੌਲ ਬਲਦ। ਕੁਰਮ ਕੱਛੂ ਕੁੰਮੇ ਨੂੰ ਕਿਹਾ ਜਾਂਦਾ। ਲਹਿਲਾਣੀ ਕੀ ਹੁੰਦਾ? ਲਿਸ਼ਕੀ। ਬਿੱਦਣ ਕੀ ਹੁੰਦਾ? ਔਖੀ। ਠੀਕ ਹੈ। ਫਿਰ ਉਹ ਕਹਿੰਦੇ ਨੇ ਅੱਗੇ, ਇਸ ਤਲਵਾਰ ਨੇ ਸੂਰਮਿਆਂ ਨੂੰ ਮੈਦਾਨ ਵਿੱਚ ਇਸ ਤਰ੍ਹਾਂ ਟੁਕੜੇ ਟੁਕੜੇ ਕੀਤਾ ਜਿਵੇਂ ਤਰਖਾਣਾਂ ਨੇ ਲੱਕੜੀਆਂ ਨੂੰ ਮੋਚੇ ਪਾਏ ਹੋਣ। ਇਸ ਤਲਵਾਰ ਨੇ ਮੈਦਾਨੇ ਜੰਗ ਵਿੱਚ ਲਹੂ ਤੇ ਮਿੱਝ ਦੀ ਕਹਾਣੀ ਕਰ ਦਿੱਤੀ। ਇਸ ਤਲਵਾਰ ਦੀ ਕਹਾਣੀ ਚਾਰੇ ਯੁੱਗਾਂ ਵਿੱਚ ਚੱਲਦੀ ਰਹੇਗੀ। ਇਸ ਤਲਵਾਰ ਕਰਕੇ ਹੀ ਮਹਿਕੇ ਦੈਂਤ ਨੂੰ ਮੈਦਾਨੇ ਜੰਗ ਵਿੱਚ ਔਖੀ ਘੜੀ ਪੇਸ਼ ਆਈ ਅਤੇ ਉਹ ਮਾਰਿਆ ਗਿਆ। ਠੀਕ ਹੈ ਨਾ। ਇਤ ਮਹਿਕਾਸੁਰ ਦੈਂਤ ਮਾਰੇ ਦੁਰਗਾਇਆ, 14 ਲੋਕਾਂ ਰਾਣੀ ਸਿੰਘ ਨਚਾਇਆ। ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ, ਮੰਗਣ ਨਾਹੀ ਪਾਣੀ ਤਲੀ ਹੰਕਾਰ ਕੇ। ਜਣ ਕਰੀ ਸਮਾਏ ਪਠਾਣੀ ਸੁਣ ਕੇ ਰਾਗ ਨੂੰ, ਰਤ ਦੇ ਹੜਵਾਣੀ ਚਲੇ ਵੀਰ ਖੇਤ। ਪੀਤਾ ਫੂਲ ਇਆਣੀ ਘੁੰਮਣ ਸੂਰਮੇ। ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਆਪ ਜੀ ਲਿਖਦੇ ਹਨ, ਇਸ ਤਰ੍ਹਾਂ ਦੁਰਗਾ ਨੇ ਆ ਕੇ ਮਹਿਕਾਸੁਰ ਦੈਂਤ ਨੂੰ ਮਾਰਿਆ। ਰਾਣੀ ਦੁਰਗਾ ਨੇ ਆਪਣਾ ਸ਼ੇਰ 14 ਲੋਕਾਂ ਵਿੱਚ ਨਚਾਇਆ।
ਵੱਡੇ ਵੱਡੇ ਜਟਾਂ ਵਾਲੇ ਬਹਾਦਰ ਰਾਖਸ਼ ਮਾਰੇ ਗਏ। ਉਹ ਹੰਕਾਰੀ ਦੈਂਤ ਪਾਣੀ ਵੀ ਨਹੀਂ ਸਨ ਮੰਗਦੇ। ਉਹ ਲੜਾਈ ਦੇ ਮੈਦਾਨ ਵਿੱਚ ਇਸ ਤਰ੍ਹਾਂ ਮਸਤ ਸਨ ਜਿਵੇਂ ਕੋਈ ਪਠਾਣੀ ਰਾਗ ਨੂੰ ਸੁਣ ਕੇ ਉਸ ਦੀ ਮਸਤੀ ਵਿੱਚ ਸਮਾ ਜਾਂਦਾ ਹੈ। ਰਣਭੂਮੀ ਦੇ ਵਿੱਚ ਬਹਾਦਰਾਂ ਦਾ ਲਹੂ ਹੜ੍ਹ ਦੇ ਪਾਣੀ ਵਾਂਗ ਵਗ ਰਿਹਾ ਸੀ। ਬਹਾਦਰ ਇਸ ਤਰ੍ਹਾਂ ਘੁੰਮ ਰਹੇ ਸਨ ਜਿਵੇਂ ਕਿਸੇ ਅਣਜਾਣ ਨੇ ਪੋਸਤ ਦੇ ਡੋਡੇ ਪੀਤੇ ਹੋਣ। ਫਿਰ ਉਸ ਤੋਂ ਬਾਅਦ ਆ ਗਿਆ, ਹੋਈ ਅਲੋਪ ਭਵਾਨੀ ਦੇਵਾਨੋ ਰਾਜ ਦੇ, ਈਸਰ ਦੀ ਬਰਦਾਨੀ ਹੋਈ ਜਿੱਤ ਦਿਨ, ਸੁੰਭ ਨਿਸੁੰਭ ਗੁਮਾਨੀ ਜਨਮੇ ਸੂਰਮੇ, ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ। ਠੀਕ ਹੈ। ਫਿਰ ਆਪ ਜੀ ਅੱਗੇ ਲਿਖਦੇ ਨੇ ਕਿ ਸਾਰਾ ਜਦੋਂ ਯੁੱਧ ਖਤਮ ਹੋ ਗਿਆ, ਦੈਂਤਾਂ ਦੇ ਰਾਜੇ ਮਹਿਕਾਸੁਰ ਰਾਖਸ਼ ਨੂੰ ਮਾਰ ਕੇ ਦੁਰਗਾ ਦੇਵੀ ਨੇ ਦੇਵਤਿਆਂ ਨੂੰ ਰਾਜ ਦੇ ਕੇ ਆਪ ਉਹ ਅਲੋਪ ਹੋ ਗਈ। ਸ਼ਿਵ ਜੀ ਤੋਂ ਵਰ ਪ੍ਰਾਪਤ ਕੀਤਾ ਹੋਣ ਕਰਕੇ ਦੁਰਗਾ ਦੀ ਜਿੱਤ ਹੋਈ। ਫਿਰ ਦੈਂਤਾਂ ਵਿੱਚ ਸੁੰਭ ਨਿਸੁੰਭ ਹੰਕਾਰੀ ਸੂਰਮੇ ਪੈਦਾ ਹੋ ਗਏ। ਉਹਨਾਂ ਨੇ ਇੰਦਰ ਦੀ ਰਾਜਧਾਨੀ ਜਿੱਤਣ ਦਾ ਇਰਾਦਾ ਕਰ ਲਿਆ। ਸੋ ਬੱਚਿਓ, ਇਹ ਸੀ ਆਪ ਜੀ ਦੀ ਰਚਨਾ ਚੰਡੀ ਦੀ ਵਾਰ। ਅਤੇ ਹੁਣ ਆਪਾਂ ਕੇਂਦਰੀ ਭਾਵ ਦੇਖਦੇ ਹਾਂ। ਪਰਮਾਤਮਾ ਨੇ ਸਾਰੀ ਸ੍ਰਿਸ਼ਟੀ ਦੀ ਰਚਨਾ ਕੀਤੀ। ਤ੍ਰੇਤਾ ਯੁੱਗ ਵਿੱਚ ਰਾਖਸ਼ਾਂ ਨੇ ਦੇਵਤਿਆਂ ਦੇ ਰਾਜੇ ਇੰਦਰ ਨੂੰ ਹਰਾ ਦਿੱਤਾ। ਇੰਦਰ ਨੇ ਦੁਰਗਾ ਦੇਵੀ ਤੋਂ ਸਹਾਇਤਾ ਮੰਗੀ। ਦੁਰਗਾ ਦੇਵੀ ਨੇ ਸ਼ੇਰ ਦੀ ਸਵਾਰੀ ਕਰਕੇ ਦੇਵਤਿਆਂ ਦੀ ਅਗਵਾਈ ਕਰਦਿਆਂ ਮਹਿਕਾਸੁਰ ਸੁੰਭ ਨਿਸੁੰਭ ਆਦਿ ਰਾਖਸ਼ਾਂ ਸਰਦਾਰਾਂ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ। ਇਸ ਨੂੰ ਨੇਕੀ ਦੀ ਬਦੀ ਵਿਰੁੱਧ ਜਿੱਤ ਮੰਨਿਆ ਜਾਂਦਾ ਹੈ। ਠੀਕ ਹੈ ਬੱਚੋ। ਅਤੇ ਚਲੋ ਫਿਰ ਆਪ ਜੀ ਦੀ ਪਵਿੱਤਰ ਰਚਨਾ ਦੇ ਆਪਾਂ ਪ੍ਰਸ਼ਨ ਉੱਤਰ ਕਰੀਏ। ਠੀਕ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਦਾ ਨਾਂ ਦੱਸੋ ਬੱਚੋ ਵੀਰ ਕਾਵਿ ਦੇ ਵਿੱਚ ਜੋ ਚੰਡੀ ਦੀ ਵਾਰ। ਠੀਕ ਹੈ। ਅਤੇ ਚੰਡੀ ਦੀ ਵਾਰ ਵਿੱਚ ਲੜਾਈ ਕਿਹੜੀਆਂ ਕਿਹੜੀਆਂ ਧਿਰਾਂ ਦੇ ਦਰਮਿਆਨ ਹੁੰਦੀ ਹੈ? ਦੁਰਗਾ ਦੇਵੀ ਅਤੇ ਰਾਖਸ਼ਾਂ ਦੀ। ਚੰਡੀ ਦੀ ਵਾਰ ਦੀ ਨਾਇਕਾ ਕੌਣ ਹੈ? ਦੁਰਗਾ ਦੇਵੀ। ਪੰਜਾਬੀ ਸਾਹਿਤ ਦੀ ਪਹਿਲੀ ਪ੍ਰਮੁੱਖ ਵੀਰ ਕਾਵਿ ਜਿਹੜੀ ਵੀਰ ਰਸੀ ਰਚਨਾ ਹੈ ਉਹ ਕਿਹੜੀ ਹੈ? ਚੰਡੀ ਦੀ ਵਾਰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਮਗਰੋਂ ਕਿਹੜੇ ਕਵੀ ਨੇ ਵੀਰ ਰਸੀ ਜਿਹੜੀ ਵਾਰ ਦੀ ਰਚਨਾ ਕੀਤੀ? ਨਜਾਬਤ ਨੇ। ਚੰਡੀ ਦੀ ਵਾਰ ਵਿੱਚ ਬਦੀ ਦਾ ਪ੍ਰਤੀਕ ਕਿਸ ਨੂੰ ਦਿਖਾਇਆ ਗਿਆ? ਰਾਖਸ਼ਾਂ ਨੂੰ। ਅਤੇ ਨੇਕੀ ਦਾ ਦੇਵਤਿਆਂ ਨੂੰ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੀ ਵਾਰ ਕਿਹੜੇ ਕਾਵਿ ਰੂਪ ਵਿੱਚ ਲਿਖੀ? ਵਾਰ ਕਾਵਿ ਰੂਪ ਦੇ ਵਿੱਚ। ਚੰਡੀ ਦੀ ਵਾਰ ਦਾ ਆਰੰਭ ਕਿਸ ਦੇ ਸਿਮਰਨ ਨਾਲ ਹੁੰਦਾ ਹੈ? ਭਗਉਤੀ ਦੇ, ਪਰਮ ਸ਼ਕਤੀ ਦੇ। ਚੰਡੀ ਦੀ ਵਾਰ ਦੇ ਮੰਗਲਾਚਰਨ ਵਿੱਚ ਕੁੱਲ ਕਿੰਨੇ ਸਿੱਖ ਗੁਰੂ ਸਾਹਿਬਾਨ ਦਾ ਜ਼ਿਕਰ ਹੋਇਆ ਹੈ? 9। ਪਰਮਾਤਮਾ ਨੇ ਸਭ ਤੋਂ ਪਹਿਲਾਂ ਕਿਸ ਚੀਜ਼ ਦੀ ਸਿਰਜਣਾ ਕੀਤੀ? ਪਰਮ ਸ਼ਕਤੀ ਦੀ। ਰਾਮ ਨੇ ਬਾਣਾਂ ਨਾਲ ਕਿਸ ਨੂੰ ਮਾਰਿਆ? ਰਾਵਣ ਨੂੰ। ਕੰਸ ਨੂੰ ਕੇਸਾਂ ਤੋਂ ਫੜ ਕੇ ਕਿਸ ਨੇ ਪਟਕਾਇਆ? ਕ੍ਰਿਸ਼ਨ ਨੇ। ਚੰਡੀ ਦੀ ਵਾਰ ਦੀ ਕਹਾਣੀ ਕਿਹੜੇ ਯੁੱਗ ਦੀ ਹੈ? ਤ੍ਰੇਤਾ ਯੁੱਗ ਦੀ। ਸਤਯੁੱਗ ਦਾ ਸੁਭਾਅ ਕਿਹੋ ਜਿਹਾ ਸੀ? ਸਤੋਗਣੀ। ਸਤਯੁੱਗ ਜਿਹੜਾ ਦਾ ਸੁਭਾਅ ਤਾਂ ਆਪਾਂ ਨੂੰ ਪਤਾ ਲੱਗਿਆ ਸਤੋਗਣੀ। ਅੱਗੇ ਕਲਯੁਗੀ ਸੁਭਾਅ ਵਿੱਚ ਕਿਸੇ ਨੇ ਡੌਰੂ ਵਜਾਇਆ? ਕਲ ਤੇ ਨਾਰਦ ਨੇ। ਦੇਵਤਿਆਂ ਦਾ ਅਭਿਮਾਨ ਉਤਾਰਨ ਲਈ ਕੌਣ ਪੈਦਾ ਕੀਤੇ ਗਏ? ਮਹਿਕਾਸੁਰ ਤੇ ਸੁੰਭ। ਰਾਖਸ਼ਾਂ ਹੱਥੋਂ ਹਾਰਿਆ ਇੰਦਰ ਦੇਵਤਾ ਕਿਸ ਦੀ ਸ਼ਰਨ ਵਿੱਚ ਪੁੱਜਾ? ਦੁਰਗਾ ਦੇਵੀ ਦੀ। ਦੁਰਗਾ ਦੇਵੀ ਨੇ ਮਹਿਕਾਸੁਰ ਉੱਤੇ ਕਿਸ ਹਥਿਆਰ ਨਾਲ ਵਾਰ ਕੀਤਾ? ਤਲਵਾਰ ਨਾਲ। ਦੁਰਗਾ ਦੇਵੀ ਕਾਹਦੇ ਉੱਤੇ ਸਵਾਰ ਸੀ? ਸ਼ੇਰ ਉੱਤੇ। ਮਹਿਕਾਸੁਰ ਦੇ ਮਾਰੇ ਜਾਣ ਪਿੱਛੋਂ ਕਿਹੜੇ ਹੰਕਾਰੀ ਰਾਖਸ਼ ਪੈਦਾ ਹੋਏ? ਸੁੰਭ ਤੇ ਨਿਸੁੰਭ। ਦੋਵਾਂ ਧਿਰਾਂ ਦਰਮਿਆਨ ਲੜਾਈ ਤੋਂ ਪਹਿਲਾਂ ਕੀ ਵਜਾਇਆ ਜਾਂਦਾ? ਢੋਲ ਤੇ ਨਗਾਰੇ। ਤੈਹੀਂ ਦੁਰਗਾ ਸਾਜ ਕੇ ਦੈਤਾਂ ਦਾ ਨਾਮ ਕਰਾਇਆ ਤੋਂ ਭਾਵ ਕੀ ਹੈ? ਪਰਮਾਤਮਾ ਨੇ ਹੀ ਦੁਰਗਾ ਨੂੰ ਪੈਦਾ ਕਰਕੇ ਰਾਖਸ਼ਾਂ ਦਾ ਨਾਸ਼ ਕਰਵਾਇਆ। ਦੇਵਤਿਆਂ ਦਾ ਰਾਜਾ ਕੌਣ ਸੀ? ਇੰਦਰ। ਗੋਬਿੰਦ ਸਿੰਘ ਜੀ ਕਿਸ ਕਾਵਿਧਾਰਾ ਦੇ ਕਵੀ ਹਨ? ਵੀਰ ਕਾਵਿਧਾਰਾ ਦੇ। ਦੇਵਤਿਆਂ ਦਾ ਰਾਜਾ ਕੌਣ ਹੈ? ਇੰਦਰ। ਵੀਰ ਕਾਵਿਧਾਰਾ ਦਾ ਕਵੀ ਕਿਹੜਾ ਹੈ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਨਜਾਬਤ, ਸ਼ਾਹ ਮੁਹੰਮਦ ਜੀ। ਅਤੇ ਠੀਕ ਗਲਤ ਦੱਸਣਾ ਬੱਚੋ। ਮਹਿਕਾਸੁਰ ਦੁਰਗਾ ਦੇਵੀ ਦੀ ਸ਼ਰਨ ਵਿੱਚ ਪੁੱਜਾ, ਗਲਤ। ਚੰਡੀ ਦੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਹੈ, ਠੀਕ। ਇੰਦਰ ਦੇਵਤਿਆਂ ਦਾ ਰਾਜਾ, ਠੀਕ। ਵਾਰ ਤੋਂ ਕੀ ਭਾਵ ਹੈ? ਲੜਾਈ ਨੂੰ ਬਿਆਨ ਕਰਨ ਵਾਲੀ ਵੀਰ ਰਸੀ ਕਵਿਤਾ। ਤੈਹੀਂ ਦੁਰਗਾ ਸਾਜ ਕੇ ਦੈਤਾਂ ਦਾ ਨਾਸ ਕਰਾਇਆ ਤੋਂ ਕੀ ਭਾਵ ਹੈ? ਪਰਮਾਤਮਾ ਨੇ ਦੁਰਗਾ ਨੂੰ ਪੈਦਾ ਕਰਕੇ ਰਾਖਸ਼ਾਂ ਦਾ ਨਾਸ਼ ਕਰਾਇਆ ਹੈ। ਮਹਿਕਾਸੁਰ ਕੌਣ ਸੀ? ਰਾਖਸ਼। ਠੀਕ ਹੈ ਬੱਚੋ। ਸੋ ਇਹ ਸੀ ਬੱਚੋ ਚੰਡੀ ਦੀ ਵਾਰ। ਉਚਾਰਨ ਦੇ ਦੌਰਾਨ ਬਹੁਤ ਭੁੱਲਾਂ ਹੋ ਜਾਂਦੀਆਂ ਨੇ ਅਤੇ ਉਸ ਲਈ ਮੈਂ ਖਿਮਾ ਦੀ ਯਾਚਕ ਹਾਂ।
ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬੱਚਿਓ।